26 ਦਸੰਬਰ 2020 ਵਿੱਚ ਮੀਓਵਾਲ ਵਿੱਚ ਪਰਿਵਾਰਿਕ ਸੈਮੀਨਾਰ ਹੋਇਆ, ਜਿਸ ਵਿੱਚ ਇਹ ਸਮਝਾਇਆ ਗਿਆ ਕਿ ਪਰਿਵਾਰ ਪਰਮੇਸ਼ਵਰ ਦੀ ਯੋਜਨਾ ਦਾ ਵੱਡਾ ਹਿੱਸਾ ਹੈ। ਪਰਿਵਾਰਿਕ ਸਿੱਖਿਆ ਤੋਂ ਬਿਨਾਂ ਕਲੀਸਿਆ ਅਧੂਰੀ ਹੈ। ਇਸ ਸੰਦੇਸ਼ ਦੇ ਵਿੱਚ ਬ੍ਰਦਰ ਜੌਨਸਨ ਜੋ ਬਾਈਬਲ ਟੀਚਰ ਹਨ, ਉਹਨਾਂ ਨੇ ਪਰਮੇਸ਼ਵਰ ਦੇ ਵਚਨ ਬਾਰੇ ਸਮਝਾਇਆ ਕਿ ਇੱਕ ਪਰਿਵਾਰ ਨੂੰ ਪਰਮੇਸ਼ਵਰ ਦੇ ਵਚਨ ਦੇ ਆਧਾਰ 'ਤੇ ਖੜੇ ਰਹਿਣਾ ਹੈ। ਇਸ ਸੰਦੇਸ਼ ਦੇ ਵਿੱਚ ਤੁਸੀਂ ਅੱਜ ਦੇਖੋਗੇ ਕਿ ਪਰਿਵਾਰ ਦੇ ਲਈ ਵਚਨ ਰੋਟੀ ਹੈ, ਸ਼ੀਸ਼ਾ ਹੈ, ਰਾਹ ਹੈ, ਬੀਜ ਹੈ, ਅਤੇ ਪਰਿਵਾਰ ਦੇ ਲਈ ਵਚਨ ਬਚਾਅ ਦੇ ਲਈ ਢਾਲ ਹੈ। ਆਓ ਇਸ ਟੀਚਿੰਗ ਦਾ ਹਿੱਸਾ ਆਪਣੇ ਪਰਿਵਾਰ ਨੂੰ ਬਣਾਈਏ। ਜਿਹੜੇ ਉਦਾਸ ਬੈਠੇ ਥੋੜਾ ਜਿਹਾ ਮੁਸਕਰਾਓ। ਨਵੇਂ ਜੋੜੇ ਤਾਂ ਸਾਹਮਣੇ ਖੜਾ ਇੰਨਾ ਕੁ ਮੁਸਕਰਾ ਰਹੇ ਸੀ, ਸੋ ਜਿਨ੍ਹਾਂ ਦੇ ਜ਼ਿਆਦਾ ਸਾਲ ਹੋ ਗਏ ਨੇ ਉਹ ਜ਼ਿਆਦਾ ਮੁਸਕਰਾਉਣੇ ਚਾਹੀਦੇ ਆ। ਉਹਨਾਂ ਨੂੰ ਉਤਸ਼ਾਹਿਤ ਕਰਨਾ ਆਪਾਂ, ਉਹਨਾਂ ਦਾ ਹੌਸਲਾ ਤੋੜਨਾ ਨਹੀਂ ਆਪਾਂ। ਸੋ ਜਿਨ੍ਹਾਂ ਦੇ ਜ਼ਿਆਦਾ ਸਾਲ ਹੋਏ ਨੇ ਸਾਨੂੰ ਜ਼ਿਆਦਾ ਮੁਸਕਰਾਉਣਾ ਚਾਹੀਦਾ ਹੈ ਨਾ। 26 ਦੀਆਂ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਸਨ। ਅਸੀਂ ਕਹਿ ਰਹੇ ਮੇਰੀ ਮੰਗਣੀ 26 ਨੂੰ ਹੋਈ ਹੈ, ਤੇ ਮੈਂ ਵੀ 26 ਅਕਤੂਬਰ ਨੂੰ ਹੀ ਮੰਗਣੀ ਕੀਤੀ ਸੀ। ਸੋ 26 ਤਰੀਕ ਨੂੰ ਅਸੀਂ ਇੱਥੇ ਇਕੱਠੇ ਹੁੰਦੇ ਹਾਂ ਪਰਿਵਾਰ ਦੇ ਲਈ, ਪਰਿਵਾਰ ਨੂੰ ਸਿੱਖਿਆ ਦੇਣ ਦੇ ਲਈ। ਔਰ ਸਾਡਾ ਵਿਸ਼ਾ ਜਿਹੜਾ ਪਿਛਲੇ ਸਾਲ ਤੋਂ ਚੱਲ ਰਿਹਾ ਹੈ, ਮਜ਼ਬੂਤ ਪਰਿਵਾਰ। ਲੋਕਡਾਊਨ 'ਚ ਤੁਹਾਨੂੰ ਪਰਮੇਸ਼ਵਰ ਨੇ ਬਹੁਤ ਸਮਾਂ ਦਿੱਤਾ ਹੈ ਮਜ਼ਬੂਤ ਕਰਨ ਦੇ ਲਈ। ਪਰਿਵਾਰ ਨੂੰ ਮਜ਼ਬੂਤ ਕਰਨ ਦੇ ਲਈ ਸਮਾਂ ਤੁਹਾਨੂੰ ਸਭਨਾਂ ਨੂੰ ਮਿਲਿਆ ਸੀ। ਇਕੱਠੇ ਬੈਠ ਕੇ ਤੁਸੀਂ ਜ਼ਿਆਦਾ ਸਮਾਂ ਬਿਤਾ ਸਕਦੇ ਸੀ, ਜ਼ਿਆਦਾ ਮਜ਼ਬੂਤੀ ਨੂੰ ਪ੍ਰਾਪਤ ਕਰ ਸਕਦੇ ਸੀ। ਪਰ ਹਰ ਸਮੇਂ ਮਜ਼ਬੂਤੀ ਨਹੀਂ ਰਹਿੰਦੀ, ਕਦੀ ਕਦੀ ਤਰੇੜਾਂ ਆ ਜਾਂਦੀਆਂ ਵਿੱਚ, ਕਿਤੇ ਨਾ ਕਿਤੇ ਦਰਾਰਾਂ। ਜਿੰਨਾ ਮਰਜ਼ੀ ਮਕਾਨ ਅਸੀਂ ਸੋਹਣਾ ਬਣਾ ਲਈਏ, ਕਿਤੇ ਨਾ ਕਿਤੇ ਤਰੇੜ ਕੀ ਹੋ ਜਾਂਦੀ ਆ ਜਾਂਦੀ ਹੈ ਨਾ, ਕਿਤੇ ਨਾ ਕਿਤੇ। ਸੋ ਇੰਜੀਨੀਅਰ ਵੀ ਸਾਡੇ ਵਿਚਕਾਰ ਕਈ ਬੈਠੇ ਹੋਏ ਨੇ, ਸਿਵਲ ਇੰਜੀਨੀਅਰ ਹੈ ਨਾ। ਸੋ ਉਹਨਾਂ ਦੀ ਸਲਾਹ ਹੋਏਗੀ ਕਿ ਛੇਤੀ ਤੋਂ ਛੇਤੀ ਛੋਟੀ ਤਰੇੜ ਜਿਹੜੀ ਆਈ ਇਹਨੂੰ ਭਰ ਦਿਓ, ਨਹੀਂ ਤਾਂ ਕੀ ਹੋ ਜਾਣੀ ਹੈ, ਵੱਡੀ ਹੋ ਜਾਣੀ ਹੈ ਨਾ। ਜੇ ਤਰੇੜ ਆਪਾਂ ਨਹੀਂ ਭਰਾਂਗੇ ਤੇ ਵੱਡੀ ਹੋ ਜਾਂਦੀ ਹੈ। ਸੋ ਪਰਿਵਾਰ 'ਚ ਸਮੱਸਿਆਵਾਂ ਆਉਂਦੀਆਂ ਨੇ, ਮੁਸ਼ਕਿਲਾਂ ਆ ਜਾਂਦੀਆਂ ਨੇ। ਚਾਹੀਦਾ ਆਪਾਂ ਉਹਨੂੰ ਕੀ ਕਰੀਏ, ਉਸੇ ਵੇਲੇ ਜਿੱਥੇ ਜਿੰਨੀ ਕੁ ਤਰੇੜ ਆਈ ਆ ਉਦੋਂ ਹੀ ਉਹਨੂੰ ਭਰ ਦਈਏ, ਤੇ ਮਜ਼ਬੂਤੀ ਕੀ ਹੁੰਦੀ ਹੈ, ਬਣੀ ਰਹਿੰਦੀ ਹੈ ਨਾ। ਮਜ਼ਬੂਤੀ ਬਣੀ ਰਹਿੰਦੀ ਹੈ। ਜ਼ਿਆਦਾ ਸਮਾਂ ਮੈਂ ਨਹੀਂ ਲਵਾਂਗਾ, ਮੈਨੂੰ ਪਤਾ ਸਮਾਂ ਹੋ ਚੁੱਕਿਆ ਹੈ। ਪਰ ਜੇ ਤੁਸੀਂ ਸ਼ਾਦੀशुदा ਹੋ ਤਾਂ ਧੀਰਜ ਸਿੱਖਣਾ ਹੀ ਪੈਣਾ। ਪਰਿਵਾਰਾਂ ਦੀ ਪਹਿਲੀ ਪਹਿਚਾਣ ਹੁੰਦੀ, ਜੇ ਵਿਆਹੇ ਹੋਏ ਹੋ ਤਾਂ ਸਭ ਤੋਂ ਵੱਡੀ ਜ਼ਰੂਰੀ ਚੀਜ਼ ਚਾਹੀਦੀ ਹੈ ਪਰਿਵਾਰ ਨੂੰ ਮਜ਼ਬੂਤੀ 'ਚ ਰੱਖਣ ਦੇ ਲਈ, ਹੁੰਦਾ ਧੀਰਜ। ਨਾ ਪਾਸਟਰ ਜੀ ਹੁਣੇ ਦੱਸ ਰਹੇ ਸੀ, ਕਹਿੰਦੇ ਭੈਣਾਂ ਨੂੰ ਸਮਾਂ ਲੱਗਦਾ ਤਿਆਰ ਹੋਣ ਦੇ ਲਈ, ਧੀਰਜ ਦੀ ਬੜੀ ਲੋੜ ਹੁੰਦੀ ਹੈ। ਉੱਥੇ ਆਰਾਮ ਨਾਲ ਬੈਠੇ ਰਹੋਗੇ ਤੇ ਸਭ ਕੁਝ ਠੀਕ ਰਹਿੰਦਾ, ਨਹੀਂ ਤਾਂ ਫਿਰ ਤਰੇੜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਨਾ। ਮਜ਼ਬੂਤੀ ਕਈ ਵਾਰੀ ਭੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਹੜੇ ਮਰਜ਼ੀ ਤੁਸੀਂ ਆਫੀਸਰ ਹੋ, ਮੈਂ ਕਹਾਂਗਾ ਕਿ ਇਹ ਜਿਹੜਾ ਸਿੱਖਿਆ ਤੁਹਾਨੂੰ ਮਿਲ ਰਹੀ, ਪੂਰੇ ਸਾਲ ਦਾ ਇਕੱਠਾ ਸਿਲੇਬਸ ਮਿਲ ਜਾਂਦਾ ਇੱਕੋ ਵਾਰੀ ਹੈ ਨਾ। ਪੂਰਾ ਸਾਲ ਚੱਲਣਾ, ਅਲੱਗ-ਅਲੱਗ ਪੀਰੀਅਡ ਲੱਗੇ ਸੀ ਨਾ। ਪਾਸਟਰ ਬ੍ਰਦਰ ਦੇਸਰਾਜ ਜੀ ਆਏ ਸਨ, ਪਾਸਟਰ ਪ੍ਰਬੋਧ ਜੀ ਆਏ ਸਨ, ਔਰ ਪਾਸਟਰ ਪ੍ਰੇਮ ਪਟੇਲ ਜੀ ਤੁਹਾਨੂੰ ਦੱਸ ਰਹੇ ਸਨ। ਅਲੱਗ-ਅਲੱਗ ਵਿਸ਼ੇ ਤੇ ਤੁਹਾਨੂੰ ਥੋੜੀਆਂ ਸਿੱਖਿਆਵਾਂ ਮਿਲਦੀਆਂ ਰਹਿੰਦੀਆਂ ਨੇ, ਔਰ ਪੂਰੇ ਸਾਲ ਦਾ ਸਿਲੇਬਸ ਤੁਸੀਂ ਇਕੱਠਾ ਲੈ ਜਾਂਦੇ ਹੋ। ਬੜਾ ਜ਼ਰੂਰੀ ਹੈ, ਬੜਾ ਵਧੀਆ ਹੈ ਜੇ ਆਪਾਂ ਪਰਿਵਾਰ ਨੂੰ ਆਪਾਂ ਮਜ਼ਬੂਤੀ 'ਚ ਬਣਾਈ ਰੱਖਣਾ। ਔਰ ਮੈਂ ਕਹਿੰਦਾ ਕਿ ਜੇ ਜਿਹੜੇ ਮਰਜ਼ੀ ਤੁਸੀਂ ਆਫੀਸਰ ਹੋਵੋ, ਘਰ 'ਚ ਆਪਾਂ ਵਾਈਫ ਨੂੰ ਹੀ ਪ੍ਰਿੰਸੀਪਲ ਸਮਝਣਾ। ਇੱਕ ਨਾ ਪਰਿਵਾਰ ਮੈਨੂੰ ਮਿਲਿਆ, ਨਵਾਂ ਵਿਆਹ ਹੋਇਆ ਸੀ, ਹਲੇ 6 ਮਹੀਨੇ ਹੋਏ। ਕਹਿੰਦਾ ਘਰ ਵਾਲੀ ਰੁੱਸ ਕੇ ਚਲੇ ਗਈ, ਕਾਫੀ ਸਾਲ ਪਹਿਲੇ ਦੀ ਗੱਲ ਹੈ। ਤੇ ਮੈਂ ਕਿਹਾ ਫਿਰ? ਕਹਿੰਦਾ ਦੇਖੋ ਸਭ ਕੁਝ ਕੀਤਾ, ਮੈਂ ਸੂਟ ਲਿਆ ਕੇ ਦਿੱਤਾ ਜਨਮ ਦਿਨ ਤੇ, ਮੈਂ ਗਿਫਟ ਵੀ ਦੇ ਕੇ ਆਇਆ ਉਹਨੂੰ, ਸਭ ਕੁਝ ਉਹਦੇ ਲਈ ਕੀਤਾ, ਫਿਰ ਵੀ ਮੰਨਦੀ ਨਹੀਂ ਹੈ। ਮੈਂ ਉਹਨੂੰ ਕਿਹਾ ਕਿ ਤੂੰ ਕੀ, ਕਹਿੰਦਾ ਫਿਰ ਮੇਰੇ ਕੋਲ ਨਾ ਥੋੜਾ ਗੁੱਸਾ ਆ ਜਾਂਦਾ ਤੇ ਮੈਨੂੰ ਮੈਂ ਬੋਲ ਦੇਣਾ ਕੁਛ ਨਾ ਕੁਛ। ਮੈਂ ਕਿਹਾ ਵੀ ਤੂੰ ਇਸ ਤਰ੍ਹਾਂ ਕਰਿਆ ਕਰ, ਜਦੋਂ ਘਰ ਆਉਣਾ ਤੂੰ ਇਹ ਸਮਝਣਾ ਵਾਈਫ ਜਿਹੜੀ ਉਹ ਪ੍ਰਿੰਸੀਪਲ ਹੈ ਤੇ ਤੂੰ ਵਿਦਿਆਰਥੀ ਹੈ। ਜਿਹੜਾ ਹੁਕਮ ਦੱਸਦੀ ਹੈ ਉਹ ਕੀ ਕਰਿਆ ਕਰ, ਮੰਨੀ ਜਾਇਆ ਕਰ, ਤੇ ਸਭ ਕੁਝ ਠੀਕ ਰਹੇਗਾ, ਹੈ ਨਾ। ਸੋ ਜੇ ਵਿਦਿਆਰਥੀ ਬਣਿਆ ਰਹੇਗਾ ਨਾ, ਜੋ ਕਹਿੰਦੀ ਸੋਫੇ ਤੇ ਜਦੋਂ ਉੱਠਣਾ ਗੱਦੀਆਂ ਉਤਰਾ ਹੀ ਲਾ ਦਿਆ ਕਰੋ, ਮੈਂ ਉਤਰਾ ਹੀ ਲਾ ਦੇਣਾ, ਠੀਕ ਰਹਿੰਦੀਆਂ ਨੇ। ਜੇ ਕਾਰ ਮੈਂ ਅੰਦਰ ਲੈ ਆਵਾਂ, ਝਾੜੂ ਲੱਗਾ ਹੋਵੇ ਤੇ ਮੈਨੂੰ ਪਤਾ ਮਿੱਟੀ ਆ ਗਈ, ਮੈਂ ਤੋਂ ਪਹਿਲੋਂ ਕਿ ਆ ਕੇ ਕੁਛ ਕਹੇ, ਝਾੜੂ ਲੈ ਕੇ ਆਪਣੇ ਆਪ ਹੀ ਮਿੱਟੀ ਸਾਫ਼ ਕਰ ਦੇਣਾ। ਇਹ ਤੋਂ ਪਹਿਲੋਂ ਕਿ ਕੁਛ ਹੋਵੇ
ਇਹਨਾਂ ਆਪਣੇ ਆਪ ਹੀ ਆਪਾਂ ਹੁਕਮ ਮੰਨਣੇ ਸ਼ੁਰੂ ਕਰ ਦਈਏ ਨਾ। ਡਾਇਰੈਕਟਰ ਜਿਹੜਾ ਮਰਜ਼ੀ ਵੱਡਾ ਹੋਵੇ, ਚੱਲਦੀ ਕਿਹਦੀ ਹੈ? ਪ੍ਰਿੰਸੀਪਲ ਦੀ, ਹੁਕਮਾਂ ਦੀ, ਕਾਨੂੰਨਾਂ ਦੀ ਹੈ ਨਾ ਧਿਆਨ ਦਿਓ ਕਿ ਜਿੰਨੀਆਂ ਵੀ ਗੱਲਾਂ ਦੱਸੀਆਂ ਸਾਰੀਆਂ ਵੀ ਸੀ ਓਕੇ, ਪਰ ਕੁਝ ਚੰਗੀਆਂ ਸਨ, ਸੱਚੀਆਂ ਸਨ, ਹੈ ਨਾ। ਸੋ ਪਾਸਟਰ ਜੀ ਮੈਨੂੰ ਹਰ ਸਾਲ ਦੱਸ ਦਿੰਦੇ ਨੇ ਕਿ ਤੁਸੀਂ ਆਹ ਵਿਸ਼ੇ ਤੇ ਸਿਖਾਉਣਾ ਹੈ। ਇਸ ਵਾਰੀ ਮੈਨੂੰ ਕਹਿੰਦੇ ਵਚਨ ਤੇ ਤੁਸੀਂ ਸਿਖਾਉਣਾ ਹੈ। ਵਚਨ ਜਿਹੜਾ ਮਜ਼ਬੂਤੀ ਦਾ ਆਧਾਰ ਹੈ ਨਾ ਪਰਿਵਾਰ ਦੇ ਲਈ। ਜਿਹੜੀ ਕਿਤਾਬ ਮਜ਼ਬੂਤ ਪਰਿਵਾਰ ਲਿਖੀ ਗਈ ਹੈ 53 ਅਧਿਆਏ ਦੇ ਉੱਪਰ ਪਰਿਵਾਰ ਦੀ ਮਜ਼ਬੂਤੀ ਦਾ ਆਧਾਰ ਵਚਨ ਸਾਨੂੰ ਦੱਸਿਆ ਗਿਆ। ਮੈਂ ਕਿਹਾ ਥੋੜਾ ਜਿਹਾ ਔਖਾ ਹੈ, ਕਈ ਵਾਰੀ ਵਚਨ ਆਪਾਂ ਸਿਖਾਉਂਦੇ ਆ ਪਰ ਵਚਨ ਸਾਡੇ ਵਿਰੁੱਧ ਇਸਤੇਮਾਲ ਹੋ ਜਾਂਦਾ ਕਈ ਵਾਰੀ। ਤੁਹਾਨੂੰ ਮੈਂ ਕਹਾਣੀ ਦੱਸਦਾ। ਹੁਣੇ ਤੁਸੀਂ ਕੀ ਖਾਧਾ ਸੀ? ਮੱਛੀ ਖਾਧੀ ਸੀ ਨਾ। ਸੋ ਮੱਛੀ ਦੀ ਇੱਕ ਕਹਾਣੀ ਤੁਹਾਨੂੰ ਦੱਸਦਾ ਮੈਂ। ਅਸੀਂ ਰੋਪੜ ਗਏ ਤੇ ਮੱਛੀ ਲਿਆਂਦੀ ਵਾ, ਹੈ ਨਾ। 3.5-4 ਕਿਲੋ ਦੀ ਇੱਕ ਮੱਛੀ ਸੀ। ਕਾਫੀ ਆਉਂਦੇ ਹੋਏ ਰਸਤੇ 'ਚ ਸੜਕ ਦੇ ਉੱਪਰ ਨਹਿਰ ਦੇ ਕੰਢੇ, ਜਦੋਂ ਰੋਪੜ ਤੋਂ ਆਪਾਂ ਮੁੜਦੇ ਆ, ਮੱਛੀ ਵਾਲਾ ਮੱਛੀਆਂ ਲਾਈਆਂ ਹੁੰਦੀਆਂ ਨੇ। ਸੋ ਮੱਛੀ ਲੈਣ ਦੀ ਬੜਾ ਖੁਸ਼ ਹੋਇਆ ਮੈਂ। ਸਵੇਰੇ 11 ਵਜੇ ਹਲੇ ਰੱਖ ਹੀ ਰਿਹਾ ਸੀ ਉਹ ਆਪਣੇ ਬਕਸੇ 'ਚ, ਤੇ ਮੈਂ ਉਹਦੇ ਕੋਲ ਲੈਣ ਦੀ। ਸੋ ਬੜਾ ਖੁਸ਼ ਹੋਇਆ ਵੀ ਅੱਜ ਅਸੀਂ ਕੀ ਖਾਵਾਂਗੇ? ਮੱਛੀ ਖਾਵਾਂਗੇ ਨਾ। ਸੋ ਦੁਪਹਿਰ ਨੂੰ ਜਦੋਂ ਆਈ ਹੈ ਮੱਛੀ, ਮੈਂ ਆਖਿਆ ਵੀ ਚੌਲ ਨਾਲ ਬਣਾ ਲਓ, ਹੈ ਨਾ। ਸੋ ਖਾਣ ਲੱਗਾ। ਸੋ ਉਹਦੇ 'ਚ ਬੜੇ ਪੀਸ ਨੇ ਸਾਰੇ, ਹੈ ਨਾ। ਸੋ ਇੱਕ ਸਿਰ ਜਿਹੜਾ ਹੁੰਦਾ ਹੈ ਉਹ ਵੀ ਕਟਵਾ ਕੇ ਪਵਾ ਲਿਆ ਮੈਂ, ਔਰ ਮੈਨੂੰ ਸਿਰ ਹੀ ਮਿਲ ਰਿਹਾ। ਅੱਛਾ, ਚੁੱਪ ਕਰਕੇ ਖਾ ਗਿਆ। ਚਲੋ ਕੋਈ ਨਹੀਂ, ਸ਼ਾਮ ਨੂੰ ਮੈਂ ਕਿਹਾ ਕੀ ਹੋਵੇਗਾ। ਸ਼ਾਮ ਨੂੰ ਫਿਰ ਦੁਬਾਰਾ, ਕਿਉਂਕਿ ਕਾਫੀ ਮੱਛੀ ਸੀ, 2-3 ਕਿਲੋ ਸੀ, ਤੇ ਸ਼ਾਮ ਨੂੰ ਮਿਲ ਜਾਏਗੀ। ਸ਼ਾਮ ਨੂੰ ਜਦੋਂ ਮੈਂ ਰੋਟੀ ਖਾਣ ਲੱਗਾ, ਫਿਰ ਸਿਰ ਦੇ 2-3 ਪੀਸ ਨੇ, ਪਿੱਛੇ ਦਾ ਪੀਸ ਆਈ ਨਹੀਂ। ਤੇ ਮੈਂ ਕਿਹਾ ਵੀ ਇਹ ਕੀ ਗੱਲ, ਸਾਰਾ ਸਿਰ ਮੈਨੂੰ ਹੀ ਦੇ ਦੇਣਾ। ਕਹਿੰਦੀ ਆਪੇ ਤਾਂ ਤੁਸੀਂ ਸਿਖਾਉਂਦੇ ਹੁੰਦੇ, ਬਾਈਬਲ 'ਚ ਲਿਖਿਆ ਤੁਸੀਂ ਮੇਰੇ ਕੀ ਹੋ? ਸਿਰ ਹੋ। ਇਸ ਕਰਕੇ ਸਾਰੇ ਸਿਰ ਕੀ ਕਰ ਰਹੇ? ਤੁਹਾਨੂੰ ਹੀ ਖਵਾਈ ਜਾ ਰਹੇ ਨਾ। ਵਚਨ ਦੇਖੋ, ਵਚਨ ਸੁਣਾਉਂਦੇ ਅਸੀਂ, ਸਿਖਾਉਂਦੇ ਆ, ਪਰ ਕਈ ਵਾਰੀ ਵਚਨ ਸਾਡੇ ਵਿਰੁੱਧ ਇਸਤੇਮਾਲ ਹੋ ਜਾਂਦਾ। ਪਰ ਫਿਰ ਵੀ ਉਸ ਤੋਂ ਬਾਅਦ ਇੱਕ ਚੰਗੀ ਗੱਲ ਵੀ ਹੈਗੀ ਸੀ। ਮੈਂ ਬਾਕੀ ਪੀਸ, ਕਹਿੰਦੀ ਬਾਕੀ ਤਾਂ ਮੈਂ ਰੱਖ ਲਏ ਇਕੱਠੇ ਕਰ ਲੱਗ ਕੇ ਬੱਚਿਆਂ ਨੂੰ ਫਰਾਈ ਕਰ ਦੇਵਾਂਗੇ। ਤੁਸੀਂ ਸਿਰ ਖਾਓ ਤੇ ਬੱਚਿਆਂ ਨੂੰ ਵੀ ਕੀ ਕਰਾਂਗੇ? ਫਰਾਈ ਕਰ ਦੇਵਾਂਗੇ ਨਾ। ਨਵੇਂ ਜੋੜੇ ਕਈ ਵਾਰੀ ਜਦੋਂ ਬੱਚੇ ਹੁੰਦੇ ਆ ਨਾ, ਪਿਆਰ ਵੰਡਿਆ ਜਾਂਦਾ ਹੌਲੀ। ਕਈ ਵਾਰੀ ਗੁੱਸਾ ਵੀ ਆਉਂਦਾ ਹੈ ਨਾ, ਪਰ ਉਹਦੇ ਲਈ ਵੀ ਖਾਲ ਲੈਗਾ ਵਾ। ਬਾਅਦ ਦੇ ਵਿੱਚ ਅਗਲੇ ਪੁਆਇੰਟ 'ਚ ਮੈਂ ਦੱਸਾਂਗਾ ਕੀ ਹੈਗਾ। ਸੋ ਬਟ ਕੁਛ ਵੀ ਹੋਵੇ, ਪਰਮੇਸ਼ਵਰ ਦਾ ਵਚਨ ਹੀ ਪਰਿਵਾਰ ਨੂੰ ਉਹ ਮਜ਼ਬੂਤੀ ਦਿੰਦਾ ਹੈ ਜਿਹੜੀ ਕਦੀ ਸਾਨੂੰ ਤੋੜ ਨਹੀਂ ਸਕਦੀ ਨਾ। ਸੋ ਕੁਝ ਗੱਲਾਂ ਨੇ ਜਿਹੜੀਆਂ ਤੁਸੀਂ ਬਾਅਦ ਦੇ ਵਿੱਚ ਪੜ੍ਹ ਸਕਦੇ ਹੋ। ਸਮਾਂ ਘੱਟ ਹੈ, ਮੈਂ ਜਲਦੀ ਦੇ ਨਾਲ ਕੁਝ ਐਡੀਸ਼ਨਲ, ਕੁਝ ਹੋਰ ਗੱਲਾਂ, ਕੁਝ ਪੁਆਇੰਟ ਦੱਸਾਂਗਾ ਤੁਹਾਨੂੰ ਜਿਹੜੇ ਬੜੇ ਜ਼ਰੂਰੀ ਨੇ ਜੇਕਰ ਅਸੀਂ ਆਪਣੇ ਪਰਿਵਾਰ ਨੂੰ ਮਜ਼ਬੂਤੀ ਦੇਣੀ ਹੈ। 5 ਗੱਲਾਂ, ਠੀਕ ਹੈ। ਕਿੰਨੀਆਂ ਗੱਲਾਂ ਆਪਾਂ ਸਿੱਖਾਂਗੇ? 5 ਗੱਲਾਂ, ਹੈ ਨਾ। ਪਤੀ ਜਿਹੜੇ ਪਤਨੀਆਂ ਨੂੰ ਕਹਿ ਦਿਓ 5 ਹੀ ਹੈ, ਜ਼ਿਆਦਾ ਨਹੀਂ ਹੈ। ਦੱਸ ਦਿਓ, ਬੋਲ ਦਿਓ ਜ਼ਿਆਦਾ ਨਹੀਂ ਹੈ, ਠੀਕ ਹੈ। 5 ਹੀ ਹੈ, ਬੋਲੋ। ਗੱਲਾਂ ਜ਼ਿਆਦਾ ਨਹੀਂ ਹੈ, ਜ਼ਿਆਦਾ ਟਾਈਮ ਨਹੀਂ ਹੈ। ਕਿੰਨੀਆਂ ਗੱਲਾਂ ਨੇ? ਸਿਰਫ ਜ਼ੋਰ ਦੀ ਬੋਲਾਂਗੇ, ਕਿੰਨੀਆਂ ਗੱਲਾਂ ਨੇ? 5, ਠੀਕ ਹੈ। ਸੋ 5 ਗੱਲਾਂ ਜਿਹੜੀਆਂ ਅਸੀਂ ਸਿੱਖਾਂਗੇ ਵਚਨ ਦੇ ਬਾਰੇ। ਵਚਨ ਪਰਿਵਾਰਾਂ ਦੇ ਲਈ ਬਹੁਤ ਜ਼ਰੂਰੀ ਹੈ, ਇੰਪੋਰਟੈਂਟ ਹੈ, ਮਹੱਤਵਪੂਰਨ ਹੈ। ਅਸੀਂ ਹੁਣ ਇੱਕ ਗਾਣਾ ਸੁਣਿਆ ਸੀ, ਸੌਰੀ, ਲਾੜਾ ਆਉਣ ਵਾਲਾ ਹੈ ਨਾ, ਲਾੜਾ ਆਉਣ ਵਾਲਾ। ਜਿੰਨੇ ਵੀ ਪਰਿਵਾਰ ਅਸੀਂ ਬੈਠੇ ਹੋਏ ਆ ਇੱਥੇ, ਸਭ ਤੋਂ ਵਧੀਆ ਗੱਲ ਜਿਹੜੀ ਸਾਨੂੰ ਸਿੱਖ ਲੈਣੀ ਚਾਹੀਦੀ ਹੈ ਕਿ ਅਸੀਂ ਦੁਲਹਨਾ, ਇੱਕ ਸਿੱਧ ਪਤਨੀ ਅਸੀਂ ਬਣਨਾ ਹੈ, ਔਰ ਇੱਕ ਪਰਫੈਕਟ ਹਸਬੈਂਡ ਜਿਹੜਾ ਹੈ ਆਉਣ ਵਾਲਾ ਹੈ ਸਾਨੂੰ ਸਦਾ ਦੇ ਲਈ ਆਪਣੇ ਨਾਲ ਰੱਖਣ ਦੇ ਲਈ। ਜਦੋਂ ਅਸੀਂ ਪਰਿਵਾਰਾਂ ਦੀ ਸਿੱਖਿਆ ਸੁਣਦੇ ਹਾਂ, ਗੀਤ ਸਾਨੂੰ ਇਹ ਵੀ ਯਾਦ ਕਰਾਉਂਦਾ ਹੈ ਕਿ ਅਸੀਂ ਇਹ ਵੀ ਯਾਦ ਰੱਖਣਾ ਹੈ ਕਿ ਅਸੀਂ ਦੁਲਹਨ ਹਾਂ ਔਰ ਇੱਕ ਦੁਲਹਾ ਹੈ ਜਿਹੜਾ ਸਾਡਾ ਆਉਣ ਵਾਲਾ ਹੈ। ਸੋ ਪਰਿਵਾਰ ਨੂੰ ਮਜ਼ਬੂਤੀ ਦੇਣ ਦੇ ਲਈ ਵਚਨ, ਬਾਈਬਲ ਪਾਸਟਰ ਜੀ ਦੱਸ ਰਹੇ ਸਨ, ਪਰਿਵਾਰਾਂ ਨੂੰ ਦੱਸ ਰਹੇ ਸਨ ਕਿ ਬਾਈਬਲ ਪੜ੍ਹਨੀ ਜਿਹੜੀ ਉਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਕਿਉਂ ਇੰਪੋਰਟੈਂਟ ਹੈ, ਕਿਉਂ ਮਹੱਤਵਪੂਰਨ ਹੈ? ਕਿਤਾਬ ਦੇ ਵਿੱਚੋਂ 53 ਅਧਿਆਇ ਪੜ੍ਹਿਓ। ਉਸ ਤੋਂ ਬਾਅਦ ਕੁਝ ਹੋਰ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਾਂਗਾ, ਜਿਹੜੀਆਂ ਸਾਡੇ ਜੀਵਨ ਦੇ ਲਈ ਮਹੱਤਵਪੂਰਨ ਹੈ। ਪਹਿਲੀ ਗੱਲ, ਕਿਉਂ ਅਸੀਂ ਬਾਈਬਲ ਪੜ੍ਹਨੀ ਹੈ, ਕਿਉਂ ਸਾਨੂੰ ਵਚਨ ਜਿਹੜਾ ਹੈ ਪੜ੍ਹਨਾ ਚਾਹੀਦਾ ਹੈ। ਮੱਤੀ 4 ਅਧਿਆਇ, ਉਸ ਦੀ 4 ਆਇਤ ਪੜਾਂਗੇ ਜਲਦੀ ਦੇ ਨਾਲ। ਉਸ ਤੋਂ ਬਾਅਦ ਜੇਮਸ, ਯਾਕੂਬ 1 ਅਧਿਆਇ ਉਸ ਦੀ 23 ਆਇਤ ਕੱਢ ਕੇ ਰੱਖਾਂਗੇ। ਮੱਤੀ 4 ਅਧਿਆਇ ਉਸ ਦੀ 4 ਆਇਤ। ਪਰ ਉਹਨੇ ਉੱਤਰ ਦਿੱਤਾ, ਲਿਖਿਆ ਹੈ, ਕੋਈ ਇਨਸਾਨ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ਵਰ ਦੇ ਮੁਖੋਂ ਨਿਕਲਦਾ ਹੈ। ਸੋ ਇਨਸਾਨ ਨਿਰਾ ਰੋਟੀ ਦੇ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰੇਕ ਵਾਕ ਜਿਹੜਾ ਪਰਮੇਸ਼ਵਰ ਦੇ ਮੂੰਹੋਂ ਕੀ ਹੈ? ਨਿਕਲਦਾ ਹੈ। ਵਚਨ ਇੱਕ ਰੋਟੀ ਹੈ ਸਾਡੇ ਲਈ। ਵਚਨ ਕੀ ਹੈ ਸਾਡੇ ਲਈ? ਰੋਟੀ ਹੈ। ਪਰਿਵਾਰ ਦੇ ਲਈ ਇੱਕ, ਜੇ ਪਰਿਵਾਰ ਨੂੰ, ਜੇ ਸਰੀਰ ਮਜ਼ਬੂਤ ਕਰਨਾ, ਸਿਹਤਮੰਦ ਰਹਿਣਾ ਹੈ, ਤੇ ਸਾਨੂੰ ਸਰੀਰਕ ਰੋਟੀ ਜਿਹੜੀ ਉਹ ਖਾਣੀ ਪੈਂਦੀ ਹੈ ਨਾ। ਪਨੀਰ ਦੇ ਪਕੌੜੇ, ਮੱਛੀ ਦੇ ਪਕੌੜੇ, ਤੇ ਬਾਅਦ ਚ ਚਿਕਨ ਪਿੱਛੇ ਹੈਗਾ ਹੈ ਨਾ। ਇਹ ਚੀਜ਼ਾਂ ਖਾਣੀਆਂ ਪੈਂਦੀਆਂ ਤਾਂ ਕਿ ਸਾਡਾ ਸਰੀਰ ਕੀ ਹੋਵੇ? ਮਜ਼ਬੂਤ ਰਵੇ। ਹਰ ਰੋਜ਼ ਅਸੀਂ ਖਾਣਾ ਖਾਂਦੇ ਆ,
ਜੇਕਰ ਅਸੀਂ ਪਰਿਵਾਰ ਨੂੰ ਮਜ਼ਬੂਤ ਕਰਨਾ ਹੈ, ਪਰਿਵਾਰ ਨੂੰ ਪੱਕਿਆਂ ਰੱਖਣਾ ਹੈ, ਤੇ ਸਾਨੂੰ ਉਹਦੀ ਆਤਮਿਕ ਖੁਰਾਕ ਵੀ ਕੀ ਕਰਨੀ ਪੈਣੀ ਹੈ, ਦੇਣੀ ਪੈਣੀ ਹੈ ਨਾ। ਧਿਆਨ ਦਿਓ, ਜਦੋਂ ਰੋਟੀ ਦੀ ਗੱਲ ਆਉਂਦੀ ਹੈ, ਇੱਕ ਵਾਰੀ ਬਾਈਬਲ ਸਕੂਲ 'ਚ ਪੜ੍ਹਾ ਰਿਹਾ ਸੀ ਮੈਂ, 15 ਸਾਲ 16 ਸਾਲ ਪਹਿਲੇ ਦੀ ਕਹਿ ਰਿਹਾ ਗੱਲ ਹੈ, ਮੈਂ ਦੱਸ ਰਿਹਾ ਸੀ ਯਿਸੂ ਮਸੀਹ ਜੀਵਨ ਦੀ ਰੋਟੀ ਹੈ, ਤੇ ਪਿੱਛੋਂ ਇੱਕ ਸਟੂਡੈਂਟ ਕਹਿੰਦਾ ਫਿਰ ਸਬਜ਼ੀ ਕਿਹੜੀ ਹੈ। ਪਿੱਛੋਂ ਇੱਕ ਸਟੂਡੈਂਟ ਹੈ ਨਾ, ਸਟੂਡੈਂਟ ਜਦੋਂ ਆਪਾਂ ਕਾਲਜ 'ਚ ਪੜਾਉਂਦੇ ਹਾਂ ਕਈ ਸ਼ਰਾਰਤੀ ਹੁੰਦੇ ਆ ਨਾ, ਸੋ ਪਿੱਛੋਂ ਕਹਿੰਦਾ ਸਭ ਜੇ ਯਿਸੂ ਮਸੀਹ ਰੋਟੀ ਹੈ ਤੇ ਸਬਜ਼ੀ ਕਿਹੜੀ ਹੈ। ਮੈਂ ਕਿਹਾ ਸਬਜ਼ੀ ਤੂੰ ਹੈ, ਵੀ ਤੂੰ ਨਾਲ ਲੈ ਕੇ ਜਾਵੇਂਗਾ ਤੇ ਕੰਪਲੀਟ ਰੋਟੀ ਕੀ ਹੋਵੇਗੀ, ਮਿਲੇਗੀ, ਹੈ ਨਾ। ਨਾ ਧਿਆਨ ਦਿਓ, ਜਦੋਂ ਰੋਟੀ ਦੀ ਗੱਲ ਆਉਂਦੀ ਹੈ, ਕੱਲੀ ਰੋਟੀ ਬਾਰੇ ਨਹੀਂ ਅਸੀਂ ਸੋਚਦੇ। ਜਦੋਂ ਮੰਨ ਲਓ ਕੋਈ ਮੈਨੂੰ ਬੁਲਾਏਗਾ, ਕਹੇਗਾ ਵੀ ਆ ਜਾ ਤੇਰੀ ਰੋਟੀ ਕਰਦੇ, ਤੇ ਮੈਂ ਇਹ ਨਹੀਂ ਕਲਪਨਾ ਕਰੂੰਗਾ ਕਿ ਜਾ ਕੇ ਡਾਈਨਿੰਗ ਟੇਬਲ ਤੇ 5-10 ਰੋਟੀਆਂ ਰੱਖੀਆਂ ਹੋਣਗੀਆਂ ਤੇ ਕਹੂਗਾ ਖਾ ਲੈ। ਨਹੀਂ, ਕਾਫੀ ਸਾਰੀਆਂ ਚੀਜ਼ਾਂ ਉਹਦੇ 'ਚ ਆਉਂਦੀਆਂ ਨੇ। ਪਹਿਲਾਂ ਚਾਹ ਵੀ ਆਉਂਦੀ ਹੈ, ਬਿਸਕੁਟ ਵੀ ਆਉਂਦੀ ਹੈ ਨਾ, ਡਰਾਈ ਫਰੂਟ ਵੀ ਆਉਂਦਾ ਹੈ, ਸਬਜ਼ੀ ਵੀ ਆਉਂਦੀ ਹੈ, ਅਲੱਗ-ਅਲੱਗ ਤਰ੍ਹਾਂ ਦੀ, ਪਿਆਜ਼ ਹੈ, ਮਸਾਲੇ, ਕਈ ਚੀਜ਼ਾਂ ਮਿਲਾ ਕੇ ਜਿਹੜੀ ਹੈ ਉਹ ਰੋਟੀ ਬਣਦੀ ਹੈ ਨਾ। ਧਿਆਨ ਦਿਓ, ਪਰਮੇਸ਼ਵਰ ਨੇ ਸਾਨੂੰ ਖਾਣ ਦੇ ਲਈ ਅਲੱਗ-ਅਲੱਗ ਤਰ੍ਹਾਂ ਦਾ ਭੋਜਨ ਦਿੱਤਾ ਹੋਇਆ। ਸੇਬ ਦੇ ਰੂਪ ਵਿੱਚ ਵੀ ਹੈਗਾ ਹੈ ਨਾ, ਨਟਸ ਦੇ ਰੂਪ ਵਿੱਚ ਤੁਹਾਨੂੰ ਇੱਕ ਡੱਬੀਆਂ ਮਿਲੇਗੀਆਂ ਨਾ, ਇੱਕ ਹੀ ਡੱਬੀ ਮਿਲੀ। ਬੜੀ ਵਧੀਆ ਪਾਸਟਰ ਹਰਮੇਸ਼ ਜੀ ਨੇ ਗੱਲ ਕੀਤੀ ਹੈ ਨਾ, ਜਾਂਚ ਕੇ ਖਾਓ, ਥੱਲੇ ਲਿਖਣਾ ਚਾਹੀਦਾ ਵੰਡ ਕੇ ਵੀ ਖਾਓ। ਕੱਲੇ ਤਾਂ ਨਹੀਂ ਖਾ ਕੇ ਸਾਰਾ ਡੱਬਾ, ਵਾਪਸ 'ਚ ਵੰਡ ਕੇ ਖਾਣ ਲਈ ਸੀ। ਇੱਕੋ ਡੱਬੇ 'ਚ ਦਿੱਤਾ ਸੀ, ਦੋ ਨਹੀਂ ਦਿੱਤੇ, ਤਾਂ ਕਿ ਤੁਸੀਂ ਕੀ ਕਰਨਾ ਸੀ, ਵੰਡ ਕੇ ਖਾਣਾ ਸੀ ਨਾ। ਰੋਟੀ ਜਦੋਂ ਉਹਦੇ ਵਿੱਚ ਤੁਸੀਂ ਦੇਖੋਗੇ ਅਲੱਗ-ਅਲੱਗ ਦਾਣੇ ਸੀ, ਮੂੰਗਫਲੀ ਵੀ ਭੋਜਨ ਹੈ। ਉਸੇ ਤਰ੍ਹਾਂ ਹੀ ਜਿਵੇਂ ਸੰਸਾਰਿਕ ਭੋਜਨ ਅਲੱਗ-ਅਲੱਗ ਰੂਪ ਦੇ ਵਿੱਚ ਹੈ, ਵਚਨ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦਾ ਭੋਜਨ। ਇਹਦੇ ਵਿੱਚ ਕੁਝ ਬਦਾਮ ਵੀ ਨੇ, ਇਹਦੇ ਵਿੱਚ ਕੁਝ ਮੀਟ ਵੀ ਹੈ, ਕੁਝ ਦੁੱਧ ਵੀ ਹੈਗਾ ਹੈ, ਕੁਝ ਰੋਟੀ ਵੀ ਹੈਗੀ ਹੈ, ਅਲੱਗ-ਅਲੱਗ ਤਰ੍ਹਾਂ ਦਾ ਭੋਜਨ। ਇਹ ਸਾਨੂੰ ਆਪਣੇ ਪਰਿਵਾਰ 'ਚ ਰੋਜ਼ਾਨਾ ਖਾਣਾ ਚਾਹੀਦਾ। ਰੋਜ਼ਾਨਾ ਬਾਈਬਲ ਪੜ੍ਹਨਾ ਬਹੁਤ ਜ਼ਰੂਰੀ ਹੈ। ਮੇਰੇ ਪਰਿਵਾਰ ਦੇ ਵਿੱਚ ਅਸੀਂ ਰੋਜ਼ਾਨਾ ਬਾਈਬਲ ਪੜ੍ਹਦੇ ਹਾਂ। ਮੈਂ ਕਹਿ ਸਕਦਾ ਕਿ ਮੇਰੀ ਲੜਕੀ ਨੇ ਪੂਰੀ ਬਾਈਬਲ ਪੜ੍ਹ ਲਈ ਹੈ। ਕਿਵੇਂ ਪਤਾ ਮੈਨੂੰ? ਕਿਉਂਕਿ ਰੋਜ਼ ਮੈਂ ਸ਼ਾਮ ਨੂੰ ਉਹਦੇ ਨਾਲ ਬੈਠ ਕੇ ਪੜ੍ਹਦਾ, ਰੋਜ਼ ਅਸੀਂ ਇੱਕ ਚੈਪਟਰ ਪੜ੍ਹਦੇ ਹਾਂ। ਸੋ ਮੈਂ ਕਹਿ ਸਕਦਾ ਮੇਰੇ ਲੜਕੇ ਨੇ, ਮੇਰੀ ਲੜਕੀ ਨੇ, ਦੋਨੋਂ ਪਿੱਛੇ ਹੈਗੇ ਨੇ, ਉਹਨਾਂ ਨੇ ਪੂਰੀ ਬਾਈਬਲ ਪੜ੍ਹ ਲਈ ਹੈ। ਕਿਉਂਕਿ ਅਸੀਂ ਪਰਿਵਾਰ ਦੇ ਰੂਪ ਵਿੱਚ ਪੜ੍ਹਦੇ ਹਾਂ। ਸੋ ਪਹਿਲੀ ਗੱਲ, ਸੰਸਾਰਿਕ ਰੋਟੀ ਭਾਵੇਂ ਘੱਟ ਦਿਓ, ਪਰ ਆਤਮਿਕ ਰੋਟੀ ਜਿਹੜੀ ਹੈ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਦਿਓ, ਕਿਉਂਕਿ ਇਹ ਤੁਹਾਡੇ ਪਰਿਵਾਰ ਦੇ ਲਈ ਰੋਟੀ ਹੈ। ਨੰਬਰ 2, ਦੂਸਰੀ ਗੱਲ, ਯਾਕੂਬ 1 ਅਧਿਆਇ ਉਸ ਦੀ 23 ਆਇਤ ਪੜਾਂਗੇ। ਯਾਕੂਬ 1 ਅਧਿਆਇ ਉਸ ਦੀ 33 ਆਇਤ। ਕਿਉਂਕਿ ਜੇ ਕੋਈ ਵਚਨ ਦਾ ਸੁਣਨ ਵਾਲਾ ਹੈ ਅਤੇ ਉਸ ਉੱਤੇ ਅਮਲ ਕਰਨ ਵਾਲਾ ਨਹੀਂ, ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ। ਬਸ ਬਾਈਬਲ ਦੱਸਦੀ ਹੈ ਜਿਹੜਾ ਵਚਨ ਹੈ ਸਾਡੇ ਲਈ, ਇਹ ਇੱਕ ਸ਼ੀਸ਼ਾ ਹੈ। ਇਹ ਸਾਨੂੰ ਸੁਧਾਰਦਾ ਹੈ ਨਾ। ਸਵੇਰੇ ਆਏ ਨਾ ਸਾਰੇ ਤਿਆਰ ਹੋ ਕੇ, ਕਿੰਨੇ ਜਣਿਆਂ ਨੇ ਸ਼ੀਸ਼ਾ ਨਹੀਂ ਵੇਖਿਆ? ਨਹੀਂ ਵੇਖਿਆ ਕਹਿ ਰਹੇ ਹੈ ਨਾ। 5-6 ਵਾਰੀ ਤੇ ਮੈਂ ਹੀ ਵੇਖ ਲਿਆ। ਪਹਿਲਾਂ ਮੈਂ ਸਵੇਰੇ ਉੱਠ ਕੇ ਵੇਖਿਆ ਉਹ ਕਿੰਨੇ ਬੁਰੇ ਵਾਲ ਹੈ ਮੇਰੇ, ਨਹਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਮੈਂ ਵੇਖਿਆ ਵੀ ਉਹ ਦਾੜੀ ਵਧੀ ਹੋਈ, ਸ਼ੇਵ ਕਰਨੀ ਚਾਹੀਦੀ ਹੈ। ਸੋ ਦੂਸਰੀ ਵਾਰੀ ਸ਼ੇਵ ਹੈ ਨਾ, ਸ਼ੇਵ ਕਰਦੇ ਹੋਏ ਵੇਖਿਆ, ਫਿਰ ਸ਼ੇਵ ਕਰਨ ਤੋਂ ਬਾਅਦ ਵੇਖਿਆ, ਫਿਰ ਨਹਾ ਕੇ ਵਾਲ ਲਾਏ, ਫਿਰ ਵੇਖਿਆ, ਫਿਰ ਕੋਟ ਪਾ ਕੇ ਦੇਖਿਆ ਵੀ ਇਹਦੇ ਨਾਲ ਜੱਚ ਰਿਹਾ, ਕਲਰ ਮੈਚਿੰਗ ਹੋ ਰਹੀ ਕਿ ਨਹੀਂ ਹੋ ਰਹੀ ਹੈ ਨਾ। 5-6 ਵਾਰੀ ਤਾਂ ਮੈਂ ਹੀ ਦੇਖਿਆ ਆਪਣੇ ਆਪ ਨੂੰ ਸੁਧਾਰਨ ਦੇ ਲਈ। ਪਰਮੇਸ਼ਵਰ ਦਾ ਵਚਨ ਯਾਕੂਬ ਕਹਿੰਦਾ ਹੈ ਇਹ ਸ਼ੀਸ਼ਾ ਹੈ ਜਿਹੜਾ ਅਸੀਂ ਰੋਜ਼ ਵੇਖਣਾ। ਕਾਹਦੇ ਲਈ? ਆਪਣੇ ਆਪ ਨੂੰ ਸੁਧਾਰਨ ਲਈ। ਵੇਖ ਕੇ ਉਤਰਾ ਹੀ ਨਹੀਂ ਚਲੇ ਜਾਂਦੇ। ਜਦੋਂ ਆਪਾਂ ਸ਼ੀਸ਼ਾ ਦੇਖਦੇ ਹਾਂ, ਅਸੀਂ ਆਪਣੇ ਵਾਲਾਂ ਨੂੰ ਸੁਧਾਰਦੇ ਹਾਂ, ਹੈ ਨਾ। ਜੇ ਆਪਣੇ ਟੌਪਸ ਪਾਉਂਦੇ ਆ ਜਾਂ ਕੁਝ ਵੀ ਪਾਉਂਦੇ ਆ, ਅਸੀਂ ਸ਼ੀਸ਼ੇ ਨੂੰ ਵੇਖ ਕੇ ਆਪਣੇ ਆਪ ਨੂੰ ਸੁਧਾਰਦੇ ਹਾਂ ਨਾ। ਧਿਆਨ ਦਿਵੋ, ਪਰਿਵਾਰ ਦੇ ਵਿੱਚ ਇਹ ਵਚਨ ਰੂਪੀ ਸ਼ੀਸ਼ਾ ਸਾਡੇ ਜ਼ਰੂਰ ਹੋਣਾ ਚਾਹੀਦਾ ਹੈ, ਤਾਂ ਕਿ ਅਸੀਂ ਆਪਣੇ ਆਪ ਨੂੰ ਕੀ ਕਰ ਸਕੀਏ, ਸੁਧਾਰ ਸਕੀਏ ਨਾ। ਆਪਣੇ ਆਪ ਨੂੰ ਸੁਧਾਰ ਸਕੀਏ, ਆਪਣੇ ਆਪ ਨੂੰ ਸਿਖਾ ਸਕੀਏ, ਆਪਣੇ ਆਪ ਨੂੰ ਦੱਸ ਸਕੀਏ ਜਿਹੜੀਆਂ ਗੱਲਾਂ ਗਲਤ ਨੇ ਸਾਡੇ ਜੀਵਨ 'ਚ, ਵਚਨ ਸਾਨੂੰ ਯਾਦ ਕਰਾਵੇਗਾ। ਜਿਹੜੇ ਪਰਿਵਾਰ ਮਜ਼ਬੂਤ ਨੇ, ਜਿਹੜੇ ਪਰਿਵਾਰ ਖੁਸ਼ ਨੇ, ਖੁਸ਼ਹਾਲ ਨੇ, ਕਿਤੇ ਨਾ ਕਿਤੇ ਵਚਨ ਦੀ ਪਾਲਣਾ ਕਰਦੇ, ਕਿਤੇ ਨਾ ਕਿਤੇ ਵਚਨ ਉਹਨਾਂ ਦੇ ਜੀਵਨ 'ਚ ਕੰਮ ਕਰਦਾ। ਗੁੱਸਾ ਉਹਨਾਂ ਨੂੰ ਵੀ ਆਉਂਦਾ ਹੈ, ਸ਼ਾਂਤੀ ਭੰਗ ਹੋ ਜਾਂਦੀ ਕਈ ਵਾਰੀ, ਫਿਰ ਵਚਨ ਜਦੋਂ ਯਾਦ ਆਉਂਦਾ ਫਿਰ ਕੀ ਹੋ ਜਾਂਦਾ ਹੈ, ਆਪਣੇ ਆਪ ਆਪਣੇ ਨੂੰ ਕੀ ਕਰਦੇ ਆ, ਸੁਧਾਰਦੇ ਆ। ਮੈਨੂੰ ਗੁੱਸਾ ਨਹੀਂ ਸੀ ਕਰਨਾ ਚਾਹੀਦਾ, ਮੈਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਕਿਉਂਕਿ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਸ਼ੀਸ਼ਾ ਹੈ। ਰੋਜ਼ ਰੱਖਿਓ ਆਪਣੇ ਘਰ 'ਚ, ਰੋਜ਼ ਵੇਖਿਓ, ਆਪਣੇ ਆਪ ਨੂੰ ਸੁਧਾਰਿਓ। ਇਹ ਸ਼ੀਸ਼ਾ ਤੁਹਾਨੂੰ ਕੀ ਕਰੇਗਾ, ਸੁਧਾਰੇਗਾ। ਪਹਿਲੀ ਗੱਲ ਆਪਾਂ ਦੇਖੀ ਸੀ, ਵਚਨ ਰੋਟੀ ਹੈ, ਰੋਜ਼ ਖਾਣੀ ਹੈ ਆਪਾਂ। ਨੰਬਰ 2 ਆਪਾਂ ਦੇਖਿਆ ਸੀ ਕਿ ਇਹ ਸਾਡੇ ਲਈ ਕੀ ਹੈ, ਸ਼ੀਸ਼ਾ ਹੈ, ਰੋਜ਼ ਵੇਖਣਾ ਹੈ ਅਸੀਂ ਪਰਿਵਾਰ ਦੇ ਰੂਪ ਵਿੱਚ, ਤਾਂ ਕਿ ਆਪਣੇ ਆਪ ਨੂੰ ਅਸੀਂ ਰੋਜ਼ਾਨਾ ਲਗਾਤਾਰ ਸੁਧਾਰਦੇ ਰਹੀਏ। ਤੀਸਰੀ ਗੱਲ, ਜ਼ਬੂਰ 119 ਉਸ ਦੀ 105 ਆਇਤ ਜਲਦੀ ਦੇ ਨਾਲ ਪੜ੍ਹ ਲਵਾਂਗੇ।
ਤੇਰਾ ਵਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਦਾ ਚਾਨਣ ਹੈ। ਤੇਰਾ ਵਚਨ ਮੇਰੇ ਪੈਰਾਂ ਦੇ ਲਈ ਕੀ ਹੈਗਾ ਹੈ? ਦੀਪਕ ਹੈ। ਪਰਿਵਾਰਿਕ ਰੂਪ ਦੇ ਵਿੱਚ ਸਾਨੂੰ ਇਸ ਸੰਸਾਰ ਦੇ ਵਿੱਚ ਹੈ ਨਾ, ਧੁੰਦ ਪਈ ਸੀ ਹੁਣੇ, ਧੁੰਦ ਪੈਂਦੀ ਤੇ ਰਾਹ ਅੱਗੇ ਦਿਖਦਾ ਨਹੀਂ। ਜੇ ਆਪਾਂ ਗੱਡੀ ਚਲਾ ਰਹੇ ਹਾਂ ਤੇ ਸਾਡੀ ਗੱਡੀ ਦੇ ਵਿੱਚ ਯੈਲੋ ਲਾਈਟ ਹੋਣੀ ਚਾਹੀਦੀ ਹੈ ਤਾਂ ਕਿ ਥੋੜਾ ਜਿਹਾ ਸਾਨੂੰ ਕਲੀਅਰ ਰਸਤਾ ਕੀ ਹੋ ਸਕੇ, ਦਿਖ ਸਕੇ। ਸੰਸਾਰਿਕ ਤੌਰ ਦੇ ਉੱਪਰ ਪਰਿਵਾਰ ਦੇ ਰੂਪ ਵਿੱਚ ਚੱਲਦੇ ਚੱਲਦੇ ਕਈ ਵਾਰੀ ਇਹੋ ਜਿਹੇ ਮੋੜ ਆਉਂਦੇ ਨੇ ਜੀਵਨ 'ਚ ਜਦੋਂ ਪਤਾ ਨਹੀਂ ਹੁੰਦਾ ਕਿੱਧਰ ਨੂੰ ਮੁੜੀਏ, ਸੱਜੇ ਮੁੜੀਏ, ਖੱਬੇ ਮੁੜੀਏ, ਸਿੱਧੇ ਚੱਲਦੇ ਰਹੀਏ ਜਾਂ ਕਿਹੜੇ ਪਾਸੇ ਚੱਲੀਏ। ਬਾਈਬਲ ਦੱਸਦੀ ਹੈ ਕਿ ਜਿਹੜਾ ਵਚਨ ਹੈ ਉਸਦਾ ਇਹ ਸਾਡੇ ਰਾਹ ਦੇ ਲਈ ਦੀਪਕ ਹੈ। ਜੇ ਅੱਜ ਦੀ ਭਾਸ਼ਾ 'ਚ ਕਹੀਏ ਤੇ ਉਹ ਲਿਖੇਗਾ ਸਾਡੇ ਲਈ GPS ਹੈ। ਸਾਨੂੰ ਦੱਸਦਾ ਹੈ ਹੁਣ ਸੱਜੇ ਮੁੜ ਜਿਓ, ਹੁਣ ਖੱਬੇ ਮੁੜ ਜਿਓ, ਆਹ ਵਾਲਾ ਮੋੜ ਨਾ ਲਿਓ, ਇੱਥੇ ਨਾ ਜਾਇਓ, ਇੱਧਰ ਅੱਗੇ ਜਾਮ ਹੈ। ਸੋ GPS ਰੂਪੀ ਦੀਪਕ ਹੈ ਵਚਨ। ਜੇਕਰ ਵਚਨ ਸਾਡੇ ਪਰਿਵਾਰ 'ਚ ਹੈ ਤਾਂ ਇਹ ਸਾਨੂੰ ਰਾਹ ਦੱਸੇਗਾ, ਇਹ ਸਾਨੂੰ ਦੀਪਕ ਹੈ ਸਾਡੇ ਲਈ, ਇਹ ਸਾਨੂੰ ਰਾਹ ਦੱਸਦਾ ਹੈ ਕਿ ਕਿਵੇਂ ਪਤੀ ਨੇ ਰਹਿਣਾ ਹੈ, ਕਿਵੇਂ ਪਤਨੀ ਹੈ ਨਾ। ਵਚਨ ਦੀ ਗੱਲ ਹੋ ਰਹੀ ਹੈ ਤੇ ਕਈ ਵਾਰੀ ਠੰਡ ਹੈ ਨਾ, ਹੁਣ ਆਪਾਂ ਚਾਹ ਅਸੀਂ ਹੁਣ ਘੱਟ ਕਰਦੇ, ਜਿਵੇਂ 40 ਤੋਂ ਟੱਪੇ ਚਾਹ ਘੱਟ ਕਰ ਦਿੱਤੀ ਹੈ ਨਾ। ਮੈਂ ਹੀ ਟੱਪਿਆ, ਹਲੇ ਨਹੀਂ ਟੱਪੀ, ਬਚ ਗਈ ਕਿ ਤੁਸੀਂ ਮੇਰੀ ਉਮਰ ਵਧਾਤੀ ਹੈ ਨਾ। ਸੋ ਇਹਨੂੰ ਮੈਂ ਕਿਹਾ ਠੰਡ ਬੜੀ ਹੈ ਤਾਂ ਰੋਜ਼ ਮੈਂ ਬਣਾਉਣਾ, ਅੱਜ ਤੂੰ ਕਰ ਕੀ ਕਰ ਬਣਾ ਲਿਆ ਕਰ। ਕਹਿੰਦੀ ਕਦੀ ਕਦੀ ਬਲੀਦਾਨ ਵੀ ਕਰਿਆ ਕਰੋ, ਯਿਸੂ ਮਸੀਹ ਵੀ ਤੇ ਕਰਦਾ ਹੈ ਨਾ। ਯਿਸੂ ਮਸੀਹ ਨੇ ਵੀ ਕਿਹਾ ਕਲੀਸਿਆ ਦੇ ਲਈ ਮੈਂ ਕੀ ਹੈ, ਬਲੀਦਾਨ ਕਰਦਾ ਹੈ ਨਾ। ਸੋ ਕਦੀ ਕਦੀ ਕਹਿੰਦੀ ਤੁਸੀਂ ਵੀ ਕੀ ਕਰਿਆ ਕਰੋ, ਬਣਾ ਲਿਆ ਕਰੋ ਹੈ ਨਾ। ਵਚਨ ਲੈ ਕੇ ਇਸਤੇਮਾਲ ਹੁੰਦਾ ਹੈ। ਵਚਨ ਮੈਨੂੰ ਸਿਖਾਉਂਦਾ ਹਾਂ ਬਈ ਜਿਵੇਂ ਮੈਂ ਕਲੀਸਿਆ ਨੂੰ ਪਿਆਰ ਕੀਤਾ ਤੁਮੇ ਕੀ ਕਰਨਾ ਹੈ, ਨਹੀਂ ਵੀ ਉੱਠ ਰਹੀ ਤੁਮੇ ਉੱਠ ਕੇ ਚਾਹਨਾ। ਇੱਕ ਵਾਰੀ ਮੈਂ ਕਿਹਾ ਚਲੋ ਠੀਕ ਹੈ, ਜਿਵੇਂ ਪੰਜਾਬੀ 'ਚ ਕਹਿੰਦੇ ਨਾ ਸਵੇਰੇ ਉੱਠ ਕੇ ਚੁੱਲਾ ਮੈਂ ਬਾਲ ਦੇਣਾ, ਉਸ ਤੋਂ ਬਾਅਦ ਤੂੰ ਇੱਕ ਵਾਰੀ ਚਾਹ ਬਣਾ ਕੇ ਦੇ ਦਿੰਦਾ, ਬਾਅਦ 'ਚ ਸਾਰੀ ਜ਼ਿੰਮੇਵਾਰੀ ਸਾਰਾ ਦਿਨ ਕੀ ਕਰਨਾ ਹੈ, ਤੂੰ ਚਲਾਉਣਾ ਹੈ ਨਾ। ਇੱਕ ਵਾਰੀ ਚੁੱਲਾ ਮੈਂ ਬਾਲ ਦੇਣਾ, ਬਾਅਦ 'ਚ ਤੂੰ ਕੀ ਕਰੀ ਚਲਾ ਲਈ ਨਾ। ਉਹ ਵਚਨ ਸਾਨੂੰ ਸਿਖਾਉਂਦਾ। ਕਈ ਵਾਰੀ ਗੁੱਸਾ ਤੇ ਹੁੰਦਾ, ਉੱਠ ਕਿਉਂ ਨਹੀਂ ਰਹੀ ਹੈ, ਫਿਰ ਜੀ ਫੇਰ ਆਉਂਦਾ ਵੀ ਨਹੀਂ ਪਿਆਰ ਨਾਲ ਕੰਮ ਕਰ, ਚਾਹ ਬਣਾ ਕੇ ਲੈ ਕੇ ਜਾ ਨਾ, ਚਾਹ ਬਣਾ ਕੇ ਅੱਗੇ ਫੜਾ, ਨਾਲ 2 ਬਿਸਕੁਟ ਫੜਾ ਕੇ ਹੁਣ ਕਿਹਾ ਵੀ ਉੱਠ ਕੇ ਤੂੰ ਕੀ ਕਰ, ਰੋਟੀ ਬਣਾਉਂਦੇ ਨਾ। ਵਚਨ ਸਾਨੂੰ ਸਿਖਾਉਂਦਾ ਹੈ, ਰਾਹ ਸਿਖਾਉਂਦਾ ਹੈ ਕਿਵੇਂ ਪਰਿਵਾਰ 'ਚ ਮਜ਼ਬੂਤੀ, ਸ਼ਾਂਤੀ ਨੂੰ ਆਪਾਂ ਕੀ ਕਰਨਾ ਹੈ, ਬਣਾਈ ਰੱਖਣਾ ਹੈ। ਸੋ ਤੀਸਰੀ ਗੱਲ ਆਪਾਂ ਸਿੱਖੀ ਹੈ। ਪਹਿਲੀ ਗੱਲ ਆਪਾਂ ਸਿੱਖਿਆ ਵਚਨ ਰੋਟੀ ਹੈ, ਸਾਡੇ ਪਰਿਵਾਰ ਨੂੰ ਰੋਜ਼ਾਨਾ ਅਸੀਂ ਦੇਣੀ ਹੈ ਖੁਰਾਕ। ਨੰਬਰ 2 ਅਸੀਂ ਦੇਖਿਆ ਸ਼ੀਸ਼ਾ ਹੈ, ਰੋਜ਼ ਵੇਖਣਾ ਹੈ ਤਾਂ ਕਿ ਆਪਣੇ ਆਪ ਨੂੰ ਕੀ ਕਰੀਏ, ਸੁਧਾਰਦੇ ਰਹੀਏ। ਤੀਸਰੀ ਗੱਲ ਦੀਪਕ ਹੈ ਸਾਡੇ ਲਈ, ਦੀਵਾ ਹੈ, ਚਾਨਣ ਹੈ, ਇਹ ਸਾਨੂੰ ਰਾਹ ਦਿਖਾਉਂਦਾ ਹੈ। ਜਦੋਂ ਜੀਵਨ 'ਚ ਕਈ ਅਜਿਹੇ ਮੋੜ ਆ ਜਾਂਦੇ ਜਦੋਂ ਨਹੀਂ ਸਮਝ ਆਉਂਦੀ, ਕਿਸੇ ਦੀ ਵੀ ਜਿਹਦੀ ਵੀ ਸੁਣਦੇ ਹੋ ਧਿਆਨ ਦੇਖੋ ਕਿ ਉਹ ਵਚਨ ਦੇ ਨਾਲ ਗੱਲ ਮੇਲ ਖਾਂਦੀ ਹੈ ਕਿ ਨਹੀਂ ਹੈ। ਜੇ ਵਚਨ ਦੱਸਦਾ ਹੈ ਉਸੇ ਤਰ੍ਹਾਂ ਹੀ ਤੇ ਆਪਾਂ ਉਸ ਦੀ ਕੀ ਕਰਨੀ, ਉਸੇ ਦੇ ਅਨੁਸਾਰ ਚੱਲਣਾ ਹੈ ਨਾ। ਹਰਮੇਸ਼ ਪਾਸਟਰ ਜੀ ਜੋ ਕੁਝ ਵੀ ਤੁਹਾਨੂੰ ਲਿਖਦੇ ਨੇ, ਚਾਹੇ ਉੱਪਰ ਲਿਖਿਆ ਹੋਇਆ, ਚਾਹੇ ਇਸ ਸਾਈਡ ਤੇ ਲਿਖਿਆ ਹੋਇਆ, ਚਾਹੇ ਕਿਤਾਬ 'ਚ, ਚਾਹੇ ਇਹਦੇ ਵਿੱਚ ਲਿਟਰੇਚਰ 'ਚ, ਭਾਵੇਂ ਲਿਟਰੇਚਰ ਹੈ ਪਰ ਸਾਰਾ ਆਧਾਰ ਜਿਹੜਾ ਬਾਈਬਲ ਦਾ ਹੀ ਹੈ। ਬਾਈਬਲ ਤੋਂ ਹੀ ਲੈ ਕੇ ਸਾਰੀਆਂ ਗੱਲਾਂ ਜਿਹੜੀਆਂ ਨੇ ਲਿਖੀਆਂ ਜਾਂਦੀਆਂ ਨੇ। ਇਹ ਤੁਹਾਡੇ ਲਈ ਇੱਕ ਦੀਪਕ ਹੈ, ਰਾਹ ਹੈ, ਚਾਨਣ, ਜਿਹੜਾ ਤੁਹਾਨੂੰ ਚਾਨਣ ਅੱਗੇ ਮੋੜ ਤੇ ਅਲੱਗ-ਅਲੱਗ ਸਮੇਂ ਤੇ ਤੁਹਾਨੂੰ ਜਿਹੜਾ ਹੈ ਮੋੜ ਦੱਸਦਾ ਰਹਿੰਦਾ ਹੈ। ਚੌਥੀ ਗੱਲ ਇਹ ਪੜਾਂਗੇ ਨਹੀਂ ਆਪਾਂ, ਮੱਤੀ 13 ਅਧਿਆਏ ਦੇ ਵਿੱਚ ਇੱਕ ਦ੍ਰਿਸ਼ਟਾਂਤ ਦਿੱਤਾ ਸੀ ਪ੍ਰਭੂ ਯਿਸੂ ਮਸੀਹ ਨੇ ਨਾ। ਉਸਨੇ ਕਿਹਾ ਸੀ ਕਿ ਇੱਕ ਬੀਜ ਬੀਜਣ ਵਾਲਾ ਨਿਕਲਿਆ ਤੇ ਬੀਜ ਬੋਲਿਆ, ਬੀਜ ਉਸਨੇ ਖਿਲਾਰਿਆ। ਸ਼ੋਰਟ ਦੇ ਵਿੱਚ ਮੈਂ ਦੱਸਾਂਗਾ, ਵਚਨ ਜਿਹੜਾ ਹੈ ਉਹ ਇੱਕ ਬੀਜ ਹੈ। ਬਾਈਬਲ ਜਿਹੜਾ ਹੈ ਵਚਨ ਜਿਹੜਾ ਸਾਡੇ ਲਈ ਇੱਕ ਬੀਜ ਹੈ। ਭਾਈ ਬ੍ਰਦਰ ਦੇਸਰਾਜ ਜੀ ਤੁਹਾਨੂੰ ਗੱਲ ਕਹਿ ਕੇ ਗਏ ਸੀ ਇੱਕ, ਉਹ ਕਹਿੰਦੇ ਬੋਲਣਾ ਸਵੇਰੇ ਉੱਠ ਕੇ, ਮੈਂ ਕਦੇ ਬਿਮਾਰੀ ਨਹੀਂ ਹੋਵਾਂਗਾ। ਮੈਂ ਕਹਾਂਗਾ ਕਿ ਅਸੀਂ ਜੋ ਕੁਝ ਬੋਲਦੇ ਆ ਬਾਈਬਲ ਦੀਆਂ ਆਇਤਾਂ ਨੂੰ ਲੈ ਕੇ ਜੇਕਰ ਪੜਿਆ ਹੋਵੇਗਾ ਤੇ ਬੋਲਾਂਗੇ, ਜੇ ਪੜਾਂਗੇ ਨਹੀਂ ਤੇ ਆਪਾਂ ਕੀ ਕਰਾਂਗੇ, ਬੋਲਾਂਗੇ ਕਿਵੇਂ। ਸੋ ਜੇਕਰ ਵਚਨ ਅਸੀਂ ਪੜਿਆ ਹੈ ਤੇ ਬੀਜ ਆਪਾਂ ਰੋਜ਼ ਆਪਣੇ ਘਰ 'ਚ ਬੀਜਣਾ, ਰੋਜ਼ ਸਵੇਰੇ ਉੱਠ ਕੇ ਬੋਲਣਾ ਹੈ। ਹਾਂ ਮੈਨੂੰ ਕਮੀ ਨਹੀਂ ਹੋ ਗਈ ਹੈ ਨਾ। ਮੇਰੇ ਇੱਕ ਵਾਰੀ ਇੱਕ ਸਮਾਂ ਆਇਆ ਮੇਰੇ ਜੀਵਨ 'ਚ ਹੈ ਨਾ, ਮੈਂ ਅਨੁਵਾਦ ਕਰਦਾ ਹੈ, ਵੌਇਸ ਦੇਣਾ ਆਪਣੀ ਡਬਿੰਗ ਦੇ ਲਈ ਕਈ ਜਗ੍ਹਾ ਤੇ। ਸੋ ਇੱਕ ਸਮਾਂ ਆਇਆ, ਕੰਮ ਬਹੁਤ ਘੱਟ ਸੀ ਮੇਰੇ ਕੋਲ। ਸੋ ਮੈਂ ਜਿਹੜੇ ਮੈਨੂੰ ਸਿਖਾਉਣ ਵਾਲੇ ਨੇ ਮੈਨੂੰ ਦੱਸਦਾ, ਮੈਂ ਕਿਹਾ ਮੇਰੇ ਕੋਲ ਕੰਮ ਬਹੁਤ ਘੱਟ ਹੈ, ਹੁਣ ਇੰਨਾ ਕੰਮ ਨਹੀਂ ਹੈ, ਪਹਿਲੇ ਕਾਫੀ ਹੁੰਦਾ ਸੀ, ਮੈਂ ਬਹੁਤ ਕੰਮ ਕਰਦਾ ਸੀ। ਉਹਨਾਂ ਨੇ ਮੈਨੂੰ ਉਸੇ ਸੁਧਾਰਿਆ, ਕਹਿੰਦੇ ਭਾਵੇਂ ਕੰਮ ਘੱਟ ਹੈ ਪਰ ਇਹ ਨਹੀਂ ਬੋਲਣਾ, ਠੀਕ ਹੈ। ਸੋ ਬੋਲਣਾ ਹੈ ਕਿ ਪਰਮੇਸ਼ਰ ਮੈਨੂੰ ਜ਼ਿਆਦਾ ਕੰਮ ਦੇਣ ਜਾ ਰਿਹਾ ਹੈ, ਕਿਉਂਕਿ ਪਰਮੇਸ਼ਰ ਦਾ ਵਾਅਦਾ ਹੈ। ਫਲਾਣੀ ਆਇਤ 'ਚ ਲਿਖਿਆ ਹੈ, ਜਿਵੇਂ ਹੀ ਉਹ ਬੀਜ ਬੋਣੇ ਸ਼ੁਰੂ ਕੀਤੇ ਹੁਣ ਮੇਰੇ ਕੋਲ ਕੰਮ ਪਿਆ ਹੁੰਦਾ ਹੈ ਨਾ। ਇਹ ਨਹੀਂ ਕਿ ਆਫ ਕੋਰਸ ਅਸੀਂ ਸਿਖਾਉਂਦੇ ਆ, ਜਾ ਕੇ ਅਨੁਵਾਦ ਕਰਦੇ ਆ, ਪਰ ਮੈਂ ਆਪਣਾ ਕੰਮ ਵੀ ਕਰਦਾ। ਜੇ ਘਰ ਵੀ ਬੈਠਾ ਤੇ 1500-2000 ਰੁਪਏ ਦਿਹਾੜੀ ਆਰਾਮ ਦੇ ਨਾਲ ਕਮਾ ਸਕਦਾ ਹੈ ਨਾ। ਸੋ ਇੰਨਾ ਕੰਮ ਪਿਆ ਹੁੰਦਾ ਆਲਰੇਡੀ ਪੈਂਡਿੰਗ। ਕਿੱਥੋਂ ਸਿੱਖਿਆ? ਮੈਂ ਸਿੱਖਿਆ ਕਿ ਮੈਂ ਵਚਨ ਜਿਹੜਾ ਹੈ ਇਸ ਨੂੰ ਆਪਣੇ ਜੀਵਨ 'ਚ ਬੀਜਣਾ ਹੈ, ਰੋਜ਼ ਬੋਣਾ ਹੈ, ਠੀਕ ਹੈ, ਰੋਜ਼ ਇਸ ਨੂੰ ਬੋਲਣਾ ਹੈ। ਜਿੰਨਾ ਤੁਸੀਂ ਬੋਲਦੇ ਹੋ ਉਨਾ ਜ਼ਿਆਦਾ ਵਚਨ ਆਪਣੇ ਜੀਵਨ 'ਚ ਕੀ ਕਰ ਰਹੇ ਹੋ,
ਬੀਜ ਰਹੇ ਹੋ, ਹੈ ਨਾ। ਜਿਵੇਂ ਪਾਸਟਰ ਜੀ ਤੁਹਾਨੂੰ ਸਿਖਾ ਰਹੇ ਸੀ, ਹੈ ਨਾ, ਜਦੋਂ ਬੱਚੇ ਇੱਕ ਕੁੱਖ ਦੇ ਵੱਲੋਂ ਇੱਕ ਪਰਮੇਸ਼ਵਰ ਦਾ ਜਿਹੜਾ ਕੁੱਖ ਦਾ ਫਲ ਜਿਹੜਾ ਹੈ ਪਰਮੇਸ਼ਵਰ ਦੇ ਵੱਲੋਂ ਕੀ ਹੈ, ਇਨਾਮ ਹੈ। ਇਹ ਪਰਮੇਸ਼ਵਰ ਦੇ ਵੱਲੋਂ ਇਨਾਮ ਹੈ, ਸ਼ਰਾਰਤੀ ਨਹੀਂ ਹਨ, ਹੈ ਨਾ। ਆਪਾਂ ਬੋਲਣਾ ਇਹ ਸਮਝਦਾਰ ਬੱਚੇ ਨੇ, ਹੁਸ਼ਿਆਰ ਬੱਚੇ ਨੇ। मेरी वाइफ बोलती होती सी जो बच्चा पेट सी तेरे, है ना, लड़के जो हैं वो बच्चे जो हैं यहोवा की ओर से सिखाए हुए होंगे, है ना। सो शुरू तो पहले ही बोलती उस वचन नूं बोलदी हुंदी सी, है ना, कि वो हले गर्भ सी लेकिन ਉਹਦੇ ਲਈ ਆਇਤਾਂ ਦੀ ਘੋਸ਼ਣਾ ਪਹਿਲਾਂ ਤੋਂ ਹੀ ਸ਼ੁਰੂ ਹੋ ਗਈ ਸੀ। ਯੂ نو ਬੀਜ ਸੀ, ਵਚਨ ਬੀਜ ਹੈ, ਇਹਨੂੰ ਰੋਜ਼ ਬੀਜਣਾ। ਰੋਜ਼ ਆਪ ਇਹ ਹੈ ਜਿਹੀ ਫਸਲ ਹੈ ਜਿਹੜੀ ਰੋਜ਼ ਬੀਜ ਸਕਦੇ ਆ, ਤੁਹਾਨੂੰ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ। ਕਣਕ ਦਾ ਆਪਾਂ ਇੰਤਜ਼ਾਰ ਕਰਦੇ ਹਾਂ ਨਾ, ਮੌਸਮ ਆਏਗਾ, ਸੀਜ਼ਨ ਆਏਗਾ, ਹਰ ਸਮੇਂ ਹਰ ਸੀਜ਼ਨ ਹਰ ਰੁੱਤ 'ਚ ਆਪਾਂ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਜੀਵਨਾਂ ਦੇ ਵਿੱਚ ਕੀ ਕਰ ਸਕਦੇ ਆ, ਬੀਜ ਸਕਦੇ। ਪੰਜਵੀਂ ਗੱਲ, ਆਖਰੀ ਗੱਲ, ਉਸ ਤੋਂ ਬਾਅਦ ਮੈਂ ਸਮਾਪਤ ਕਰਾਂਗਾ। ਚਾਰ ਗੱਲਾਂ ਆਪਾਂ ਦੇਖ ਚੁੱਕੇ ਹਾਂ। ਪੰਜਵੀਂ ਗੱਲ ਹੈ इब्रानियां 4 अध्याय उसकी 12 आयत। रहने वो टाइम घट है। सो परमेश्वर का वचन जिहड़ा है तलवार है। की है तलवार ना, वो आप एक दूजे ते नहीं चलाने। परमेश्वर का वचन जिहड़ा है वो तलवार है, आप एक दूजे ते नहीं चलाने, है ना। मैं इहनूं कहना मैं तेरा सिर हाँ, वो क्यों कहती कोई गल नहीं, सिर के उत्ते बाइबल च हैगा कहावतां च आयत लिखी कि मैं मुकट है। ਹੁਣ ਮੈਂ ਆਇਤ ਲੱਭਣ ਡਿਆ ਵੀ ਮੁਕਟ ਤੋਂ ਉੱਪਰ ਕਿਹੜੀ ਆਇਤ ਆ, ਮੈਨੂੰ ਲੱਭੀ ਨਹੀਂ ਹਲੇ। ਪ੍ਰਮੋਦ ਜੀ ਕੋਈ ਲੱਭੇਗੀ ਤਾਂ ਦੱਸਿਓ ਮੈਨੂੰ। ਜਿੰਨੇ ਵੀ ਸੇਵਕ ਲੋਕ ਨੇ, ਜੇਕਰ ਕਿਸੇ ਕੋ ਕੋਈ ਆਇਤ ਹੋਵੇ ਮੁਕਟ ਤੋਂ ਵੀ ਉੱਪਰ ਅਗਲੇ ਲੱਭੀ ਹੈ ਤੇ ਮੈਨੂੰ ਨਹੀਂ ਲੱਭੀ, ਹੈ ਨਾ। ਸੋ ਤਲਵਾਰ ਜਿਹੜੀ ਹੈ, ਇਹ ਪਰਮੇਸ਼ਵਰ ਦਾ ਵਚਨ ਤਲਵਾਰ ਤੇ ਹੈਗਾ, ਪਰ ਇਹਨੂੰ ਆਪਾਂ ਇੱਕ ਦੂਜੇ ਤੇ ਨਹੀਂ ਚਲਾਉਂਦੇ। ਇਹਨੂੰ ਆਪਾਂ ਕਿਹਦੇ ਤੇ ਚਲਾਉਂਦੇ ਆ, ਦੁਸ਼ਮਣ ਦੇ ਉੱਪਰ। ਠੀਕ ਹੈ, ਪਰਮੇਸ਼ਵਰ ਦਾ ਵਚਨ ਲੈ ਕੇ ਮੈਂ ਬੋਲਦਾ ਹਾਂ ਮੇਰੇ ਲੜਕੇ ਨੂੰ, ਚਾਹੇ ਮੇਰੀ ਲੜਕੀ ਹੋਵੇ ਚਾਹੇ ਮੇਰੀ ਪਤਨੀ ਹੋਵੇ, कि तू सेहतमंद रहेंगे, ना। ਉਹਦੇ ਮਾਰ ਖਾਣ ਨਾਲ ਤੂੰ ਨਰੋਈ ਕੀਤੀ ਗਈ ਹੈ। ਸੋ ਮੈਂ ਆਪਣੇ ਉਸ ਤਲਵਾਰ ਨੂੰ ਲੈ ਕੇ ਦੁਸ਼ਮਣ ਤੋਂ ਸੁਰੱਖਿਆ ਕਰਦਾ ਆਪਣੇ ਪਰਿਵਾਰ ਦੀ। ਉਹ ਤਲਵਾਰ ਦੇ ਨਾਲ ਅਸੀਂ ਇੱਕ ਦੂਜੇ ਨੂੰ ਘਾਇਲ ਨਹੀਂ ਕਰਨਾ। ਇੱਕ ਦੂਜੇ ਨੂੰ ਆਫ ਕੋਰਸ ਕਈ ਵਾਰੀ ਹੋ ਜਾਂਦਾ ਹੈ ਨਾ, ਮਾੜੀਆਂ ਮੋਟੀਆਂ ਝਰੀਟਾਂ ਲੱਗ ਜਾਂਦੀਆਂ, ਕੋਈ ਗੱਲ ਨਹੀਂ, ਉਹਨੀਆਂ ਸਮੇਂ ਦੇ ਨਾਲ ਚੰਗੀਆਂ ਹੋ ਜਾਂਦੀਆਂ ਨੇ। ਪਰ ਇਹ ਤਲਵਾਰ ਜਿਹੜੀ ਹੈ, ਇਹ ਵਚਨ ਜਿਹੜਾ ਹੈ, ਅਸੀਂ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਇਸਤੇਮਾਲ ਕਰਨਾ ਹੈ। ਇਹ ਤਲਵਾਰ ਅਸੀਂ ਸ਼ੈਤਾਨ ਦੇ ਉੱਪਰ ਚਲਾਉਣਾ, ਦੂਜਿਆਂ ਦੇ ਜਿਹੜੇ ਹਮਲੇ ਆ ਸ਼ੈਤਾਨ ਦੇ, ਉਹਨਾਂ ਤੋਂ ਸੁਰੱਖਿਆ ਦੇ ਲਈ ਆਪਾਂ ਇਸ ਤਲਵਾਰ ਨੂੰ ਇਸਤੇਮਾਲ ਕਰਨਾ ਹੈ। ਇਹ ਵਚਨ ਜਿਹੜਾ ਹੈ, ਇਹ ਤਲਵਾਰ ਹੈ ਜਿਹਨੂੰ ਆਪਾਂ ਇਸਤੇਮਾਲ ਕਰਨਾ ਹੈ ਤਾਂ ਕਿ ਸਾਡਾ ਪਰਿਵਾਰ ਸੁਰੱਖਿਅਤ ਰਹੇ। ਜਿੰਨਾ ਅਸੀਂ ਇਸ ਵਚਨ ਦਾ ਇਸਤੇਮਾਲ ਕਰਾਂਗੇ, ਜਿੰਨਾ ਇਸ ਤਲਵਾਰ ਦਾ ਇਸਤੇਮਾਲ ਕਰਾਂਗੇ, ਉਹਨਾਂ ਜ਼ਿਆਦਾ ਪਰਿਵਾਰ ਸਾਡਾ ਹੋਰ ਜ਼ਿਆਦਾ ਮਜ਼ਬੂਤੀ ਦੇ ਵਿੱਚ ਵੱਧਦਾ ਜਾਏਗਾ, ਪੱਕਿਆ ਹੁੰਦਾ ਜਾਵੇਗਾ। ਸੋ ਸਮਾਂ ਬਹੁਤ ਘੱਟ ਹੈ, ਇਸ ਕਰਕੇ ਜ਼ਿਆਦਾ ਐਕਸਪਲੇਨੇਸ਼ਨ ਨਹੀਂ ਕੀਤੀ, ਲੇਕਿਨ ਮੋਟੀਆਂ ਮੁੱਖ ਗੱਲਾਂ ਮੈਂ ਤੁਹਾਨੂੰ ਸਾਰੀਆਂ ਦੱਸ ਦਿੱਤੀਆਂ ਨੇ। 5 ਗੱਲਾਂ ਨੇ ਜਿਹੜੀਆਂ ਅਸੀਂ ਸਿੱਖੀਆਂ ਨੇ। ਆਫ ਕੋਰਸ ਇਹਦੇ ਨਾਲ ਹੀ ਤੁਸੀਂ 53 ਅਧਿਆਇ ਦੇ ਉੱਪਰ ਮਜ਼ਬੂਤ ਜਿਹੜਾ ਪਰਿਵਾਰ ਕਿਤਾਬ ਦੇ ਵਿੱਚੋਂ ਵੀ ਪੜ੍ਹ ਸਕਦੇ ਹੋ। ਲੇਕਿਨ 5 ਮੁੱਖ ਗੱਲਾਂ ਜਿਹੜੀਆਂ ਆਪਾਂ ਯਾਦ ਰੱਖਣੀਆਂ ਨੇ ਪਰਿਵਾਰ ਦੇ ਲਈ। ਵਚਨ ਸਾਡੇ ਲਈ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਆਪਾਂ ਸਿੱਖਿਆ ਹੈ ਕਿ ਸਾਡੇ ਲਈ ਕੀ ਹੈਗੀ ਹੈ, ਰੋਟੀ ਹੈ, ਜਿਹੜੀ ਹਰ ਰੋਜ਼ ਅਸੀਂ ਪਰਿਵਾਰ 'ਚ ਕੀ ਕਰਨੀ ਹੈ, ਖਾਣੀ ਹੈ। ਅਲੱਗ-ਅਲੱਗ ਭੋਜਨ ਨੇ ਇਸ ਦੇ ਵਿੱਚ। ਆਪਾਂ ਸਿਰਫ ਬਰਕਤਾਂ ਦੀਆਂ ਆਇਤਾਂ ਨਹੀਂ ਪੜ੍ਹੀ ਜਾਣੀਆਂ, ਹੈ ਨਾ, ਵੀ ਹਰ ਵੇਲੇ ਮੀਟ ਦੀਆਂ ਆਇਤਾਂ ਪੜ੍ਹੀ ਜਾਓ, ਹੈ ਨਾ, ਵੀ ਮੀਟ ਹੈ ਜੀ ਮੀਟ ਹੈ ਨਾ। ਨਹੀਂ, ਇਹਦੇ ਵਿੱਚ ਹੋਰ ਵੀ ਕਈ ਆਇਤਾਂ ਨੇ, ਉਹਨਾਂ ਨੂੰ ਵੀ ਅਸੀਂ ਪੜ੍ਹਨਾ। ਸੋ ਅਲੱਗ-ਅਲੱਗ ਭੋਜਨ ਨੇ ਇਹਦੇ 'ਚ, ਉਹ ਸਾਰੇ ਭੋਜਨ ਅਸੀਂ ਕੀ ਕਰਨੇ ਆ, ਖਾਣੇ ਆ। ਨੰਬਰ 2 ਅਸੀਂ ਸਿੱਖਿਆ ਇਹ ਸ਼ੀਸ਼ਾ ਹੈ, ਆਪਣੇ ਆਪ ਨੂੰ ਸੁਧਾਰਨਾ, ਰੋਜ਼ ਵੇਖਣਾ ਇਹਦੇ ਵਿੱਚ ਕਿੱਥੇ ਮੈਂ ਗਲਤ ਹਾਂ, ਕਿੱਥੇ ਮੈਂ ਪਤਨੀ ਦੇ ਲਈ ਜਾਂ ਬੱਚਿਆਂ ਦੇ ਲਈ ਗਲਤ ਹੈ। ਜਦੋਂ ਮੈਂ ਪੜ੍ਹਦਾ ਹਾਂ ਮੈਨੂੰ ਸੁਧਾਰਦਾ ਹੈ ਨਾ, ਮੈਂ ਯਾਦ ਕਰਦਾ ਹਾਂ ਨਹੀਂ ਮੈਂ ਆਪਣੇ ਬੱਚਿਆਂ ਦੇ ਲਈ ਪ੍ਰਬੰਧ ਕਰਨਾ। ਮੈਂ ਪਿਤਾ ਹੈ, ਇੱਕ ਅੱਛੇ ਪਰਿਵਾਰ ਦੀ ਉਦਾਹਰਣ, ਪਿਤਾ ਪੁੱਤਰ ਪਵਿੱਤਰ ਆਤਮਾ, ਹੈ ਨਾ। ਪਿਤਾ ਸਵਰਗੀ ਪਿਤਾ ਆਪਣੇ ਬੱਚਿਆਂ ਦੇ ਲਈ ਸਭ ਪ੍ਰਬੰਧ ਕਰਦਾ ਹੈ। ਜਦੋਂ ਮੈਂ ਉਸਨੂੰ ਪੜ੍ਹਦਾ ਹਾਂ, ਮੇਰੀ ਜ਼ਿੰਮੇਵਾਰੀ ਮੈਨੂੰ ਯਾਦ ਕਰਾਉਂਦਾ, ਮੈਨੂੰ ਪਤਾ ਮੈਂ ਹੋਰ ਜ਼ਿਆਦਾ ਕੰਮ ਕਰਨਾ ਤਾਂ ਕਿ ਮੈਂ ਆਪਣੇ ਪਰਿਵਾਰ ਦੀ, ਆਪਣੇ ਬੱਚਿਆਂ ਦੀ ਹਰ ਲੋੜ ਨੂੰ ਕੀ ਕਰ ਸਕਾਂ, ਪੂਰਾ ਕਰ ਸਕਾਂ, ਕਿਉਂਕਿ ਉਹ ਵਚਨ ਹੈ, ਮੈਨੂੰ ਯਾਦ ਕਰਾਉਂਦਾ, ਮੈਂ ਆਪਣੇ ਆਪ ਨੂੰ ਸੁਧਾਰਦਾ, ਹੈ ਨਾ। ਸੋ ਜਿੰਨਾ ਅਸੀਂ ਵਚਨ ਨੂੰ ਪੜਾਂਗੇ ਉਨਾ ਜ਼ਿਆਦਾ ਆਪਣੇ ਆਪ ਨੂੰ ਸੁਧਾਰਾਂਗੇ। ਸੋ ਸ਼ੀਸ਼ਾ ਹੈ, ਰੋਜ਼ ਇਸ ਨੂੰ ਵੇਖਣਾ ਹੈ। ਨੰਬਰ 3 ਇਹ ਸਾਡੇ ਰਾਹ ਦੇ ਲਈ, ਸਾਡੇ ਪਰਿਵਾਰ ਦੇ ਲਈ ਇੱਕ ਦੀਪਕ ਹੈ, ਸਾਨੂੰ ਰਾਹ ਵਿਖਾਉਂਦਾ ਹੈ। ਜਿੱਥੇ ਕਿਤੇ ਵੀ ਅਸੀਂ ਅੜ ਜਾਂਦੇ ਹਾਂ, ਜਦੋਂ ਸਮਝ ਨਹੀਂ ਆਉਂਦੀ ਕੁਝ ਕੀ ਕਰੀਏ, ਸਭ ਤੋਂ ਪਹਿਲਾਂ ਵਚਨ ਪੜੋ, ਵਚਨ ਕੀ ਆਖਦਾ, ਜਾਂ ਪੁੱਛੋ ਮੇਰੀ ਆਹ ਸਥਿਤੀ ਹੈ, ਇਹਦੇ ਵਿੱਚ ਵਚਨ ਕੀ ਕਰੇਗਾ, ਵਚਨ ਕਿਵੇਂ ਦੱਸੇਗਾ, ਹੈ ਨਾ, ਵਚਨ ਕੀ ਸਲਾਹ ਦੇਗਾ। ਸੋ ਵਚਨ ਤੋਂ ਅਸੀਂ ਆਪਣਾ ਰਾਹ ਲੱਭਦੇ ਹਾਂ। ਚੌਥੀ ਗੱਲ ਕੀ ਸੀ, ਹਾਂਜੀ ਕੀ ਹੈਗਾ, ਇਧਰੋਂ ਪਤਾ ਕੀ ਸੀ, ਬੀਜ ਹੈ। ਰੋਜ਼ ਬੀਜਣਾ, ਰੋਜ਼ ਤੁਸੀਂ ਆਪਣੇ ਪਰਿਵਾਰ 'ਚ, ਆਪਣੇ ਘਰ 'ਚ ਬੀਜ ਸਕਦੇ ਹੋ, ਹੈ ਨਾ। ਪਰਮੇਸ਼ਵਰ ਦਾ ਵਚਨ ਲੈ ਕੇ ਬੋਲ ਸਕਦੇ ਹੋ, ਘੋਸ਼ਣਾ ਕਰ ਸਕਦੇ ਹੋ। ਪਰਮੇਸ਼ਵਰ ਦਾ ਵਚਨ ਆਖਦਾ ਹੈ ਨਾ,
ਤੇਰੇ ਘਰ 'ਚ ਸਭ ਕੁਝ ਹੋਵੇਗਾ, ਹੈ ਨਾ। ਸੋ ਉਹਦੇ ਮਾਰ ਖਾਣ ਨਾਲ ਅਸੀਂ ਨਰੋਏ ਕੀਤੇ ਗਏ ਹਾਂ। ਰੋਜ਼ ਉਹਨਾਂ ਵਚਨਾਂ ਨੂੰ, ਉਹਨਾਂ ਬੀਜਾਂ ਨੂੰ ਅਸੀਂ ਆਪਣੇ ਘਰ 'ਚ, ਆਪਣੇ ਪਰਿਵਾਰ 'ਚ ਬੀਜ ਸਕਦੇ ਹਾਂ। ਔਰ ਪੰਜਵੀਂ ਗੱਲ, ਪਰਮੇਸ਼ਵਰ ਦਾ ਵਚਨ ਤਲਵਾਰ ਹੈ। ਇਹਦੇ ਨਾਲ ਅਸੀਂ ਆਪਣੇ ਪਰਿਵਾਰ ਦੀ ਸੁਰੱਖਿਆ ਕਰਦੇ ਹਾਂ। ਰੋਜ਼ ਅਸੀਂ ਘੋਸ਼ਣਾ ਕਰਦੇ ਹਾਂ ਨਾ, ਸਿਸਟਰ ਗਵਾਹੀ ਦੇ ਰਹੇ ਸਨ, ਉਹ ਪ੍ਰਾਰਥਨਾ ਕਰਦੇ ਨੇ। ਕੀ ਕਰ ਰਹੇ ਨੇ? ਅਸਲ 'ਚ ਉਹ ਵਚਨ ਦੀ ਘੋਸ਼ਣਾ ਕਰ ਰਹੇ ਨੇ, ਸਾਡੀ ਸੁਰੱਖਿਆ ਕਰਨ, ਲੰਮੀ ਉਮਰ ਹੋਵੇ, ਹੈ ਨਾ। ਸੋ ਪ੍ਰਾਰਥਨਾ ਦੇ ਵਿੱਚ ਸਾਡੀ ਸੁਰੱਖਿਆ ਕਰ ਰਹੇ ਨੇ, ਤਲਵਾਰ ਚਲਾ ਰਹੇ ਨੇ। ਵਚਨ ਨੂੰ ਅਸੀਂ ਜਿੰਨਾ ਜ਼ਿਆਦਾ ਇਸਤੇਮਾਲ ਕਰਾਂਗੇ ਪ੍ਰਾਰਥਨਾ ਦੇ ਵਿੱਚ, ਉਨਾ ਜ਼ਿਆਦਾ ਤਲਵਾਰ ਸਾਡੀ ਮਜ਼ਬੂਤੀ ਦੇ ਨਾਲ ਚੱਲੇਗੀ। ਸੋ ਆਪਣੇ ਪਰਿਵਾਰ ਦੀ ਸੁਰੱਖਿਆ ਵਚਨ ਬੋਲ ਕੇ, ਵਚਨ ਦੀ ਘੋਸ਼ਣਾ ਕਰਕੇ ਅਸੀਂ ਕਰਨੀ ਹੈ। ਸੋ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ।